ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਬਣ ਕੇ ਭਾਗ ਦੂਜਾ। ਭਾਰਤ ਵਿੱਚ ਸੰਸਕ੍ਰਿਤ ਰਾਜਨੀਤੀ ਦੀ ਭੇਟ ਚੜ੍ਹ ਗਈ ਹੈ। ਯੂਰਪ ਵਿੱਚ ਲਾਤੀਨੀ ਯੂਨਾਨੀ ਦਾ ਵੀ ਇਹੀ ਹਾਲ ਹੋਇਆ ਹੈ। ਵਿਕਲਾਂਗ ਦੀ ਮਾਂ ਸੁਣਨ ਲਈ ਵੀ ਤਿਆਰ ਨਹੀਂ ਹੁੰਦੀ ਕਿ ਉਸ ਦਾ ਬੱਚਾ ਜੀਵਨ ਭਰ ਵਿਕਲਾਂਗ ਹੀ ਰਹੇਗਾ। ਉਸ ਨੂੰ ਪੂਰੀ ਆਸ ਹੁੰਦੀ ਹੈ ਕਿ ਇੱਕ ਦਿਨ ਉਹ ਰਿਸ਼ਟ ਪੁਸ਼ਟ ਹੋ ਜਾਵੇਗਾ। ਅਜਿਹੀ ਸੋਚ ਉਸ ਦੇ ਮਾਂ ਹੋਣ ਕਾਰਨ ਹੁੰਦੀ ਹੈ। ਜਾਤ ਪਾਤ ਪ੍ਰਣਾਲੀ ਕਾਰਨ ਭਾਰਤ ਵਿੱਚ ਵੰਡੀਆਂ ਪਾਉਣ ਦੇ ਹੀ ਸਾਧਨ ਹਨ। ਸਾਂਝੇ ਯਤਨਾਂ ਵਾਲੇ ਵਸੀਲੇ ਅਤੇ ਕਾਰਜ ਨਹੀਂ ਹਨ। ਅਨੇਕਤਾ ਵਿੱਚ ਏਕਤਾ ਦਾ ਸੰਕਲਪ ਚੰਗਾ ਹੈ, ਪਰ ਇਹ ਲਾਗੂ ਕਿਧਰੇ ਨਹੀਂ ਹੁੰਦਾ। ਭਾਰਤ ਦੀ ਕਿਸੇ ਭਾਸ਼ਾ ਵਿੱਚ ਵਿਗਿਆਨਕ ਸ਼ਬਦਾਵਲੀ ਸਿਰਜਣ ਦੀ ਸਮਰੱਥਾ ਨਹੀਂ। ਸਾਡੀਆਂ ਭਾਸ਼ਾਵਾਂ ਧਰਮ ਅਤੇ ਸੱਭਿਆਚਾਰ ਦੀਆਂ ਭਾਸ਼ਾਵਾਂ ਹਨ। ਇਸੇ ਲਈ ਸਾਡੇ ਦੇਸ਼ ਵਿੱਚ ਪਰੰਪਰਾ ਦਾ ਬੋਲਬਾਲਾ ਹੈ। ਭਵਨ ਨਿਰਮਾਣ ਵਿੱਚ ਵਧੇਰੇ ਸੱਜ ਸਜਾਵਟ ਉਲਟਾ ਪ੍ਰਭਾਵ ਪਾਉਂਦੀ ਹੈ। ਪਰਿਵਾਰ ਵਿੱਚ ਜੇ ਕੋਈ ਗੂੰਗਾ ਬੋਲਾ ਹੋਵੇ ਤਾਂ ਖੂਨ ਦਾ ਰਿਸ਼ਤਾ ਹੀ ਕਾਫੀ ਨਹੀਂ ਹੁੰਦਾ। ਉਸ ਨਾਲ ਸੰਚਾਰ ਬੜਾ ਜ਼ਰੂਰੀ ਹੁੰਦਾ ਹੈ। ਉਸ ਨਾਲ ਹੋਰ ਵੱਖ-ਵੱਖ ਢੰਗਾਂ ਨਾਲ ਸੰਚਾਰ ਜਾਰੀ ਰੱਖਣਾ ਚਾਹੀਦਾ ਹੈ, ਨਹੀਂ ਤਾਂ ਉਹ ਸੋਚਣਾ ਵੀ ਬੰਦ ਕਰ ਦੇਵੇਗਾ ਅਤੇ ਹਰ ਕਿਸੇ ਲਈ ਵੱਡਾ ਬੋਝ ਬਣ ਜਾਵੇਗਾ। ਸਾਡੀ ਦਿੱਖ ਅਤੇ ਸਾਡੇ ਨੈਣ ਨਕਸ਼ ਸਾਡੀ ਸਫਲਤਾ ਦੇ ਆਧਾਰ ਬਣ ਸਕਦੇ ਹਨ। ਸਹੀ ਮੁੰਦਰਾ ਵਿੱਚ ਬੈਠਣਾ, ਦੋਹਾਂ ਪੈਰਾਂ 'ਤੇ ਖਲੋਣਾ, ਦਿਲਚਸਪੀ ਨਾਲ ਆਲੇ ਦੁਆਲੇ ਨੂੰ ਵੇਖਣਾ, ਦੂਜੇ ਨੂੰ ਮਹੱਤਵ ਦੇਣਾ ਅਤੇ ਮੁਸਕਰਾਉਣਾ ਆਦਿ ਪੱਖ ਜੀਵਨ ਵਿੱਚ ਸਾਡਾ ਰਾਹ ਪੱਧਰਾ ਕਰ ਸਕਦੇ ਹਨ। ਪੁਰਾਣੇ ਈਰਾਨ ਵਿੱਚ ਬਾਦਸ਼ਾਹ ਦੇ ਮਰਨ 'ਤੇ 5 ਦਿਨ ਲੁੱਟਮਾਰ ਕਰਨ ਦੀ ਖੁੱਲ੍ਹ ਹੁੰਦੀ ਸੀ, ਤਾਂ ਕਿ ਲੋਕ ਜਾਣਨ ਕਿ ਬਾਦਸ਼ਾਹ ਦਾ ਹੋਣਾ ਕਿਤਨਾ ਜ਼ਰੂਰੀ ਹੁੰਦਾ ਹੈ। ਘੜੀ, ਸਾਈਕਲ, ਟੈਲੀਫੋਨ ਆਦਿ ਵਾਂਗ ਚੰਗੀ ਕਾਢ ਉਹ ਹੁੰਦੀ ਹੈ ਜਿਸ ਨੂੰ ਹਰ ਕੋਈ ਵਰਤਦਾ ਹੈ ਅਤੇ ਵਰਤਣ ਦੇ ਯੋਗ ਹੋ ਜਾਂਦਾ ਹੈ। ਦਾਨ ਪੁੰਨ ਆਦਿ ਹੋਰਾਂ ਦੇ ਸਾੜੇ ਈਰਖਾ ਤੋਂ ਬਚਣ ਦੇ ਸਫਲ ਢੰਗ ਰਹੇ ਹਨ। ਪੰਜਾਬੀਆਂ ਦਾ ਉਦੇਸ਼ ਸਮੱਸਿਆ ਸੁਲਝਾਉਣਾ ਜਾਂ ਨਿਰਣਾ ਕਰਨਾ ਨਹੀਂ ਹੁੰਦਾ, ਮਸਲਾ ਉਲਝਾ ਕੇ ਘਚੋਲਾ ਪਾਉਣਾ ਹੁੰਦਾ ਹੈ। ਇਹ ਨਿਰਣਾ ਕਰਨ ਵਿੱਚ ਸਫਲ ਨਹੀਂ ਹੁੰਦੇ, ਪਰ ਘਚੋਲਾ ਪੂਰੀ ਨਿਪੁੰਨਤਾ ਨਾਲ ਪਾਉਂਦੇ ਹਨ। ਚਿਹਰੇ ਉੱਤੇ ਸਿਆਣਪ ਦੇ ਭਾਵ ਸਹਿਜੇ ਸਹਿਜੇ ਲੰਮੇ ਸਮੇਂ ਵਿੱਚ ਉਸਰਦੇ ਹਨ ਅਤੇ ਇਹ ਸਿਆਣਪ ਤੋਂ ਬਿਨਾਂ ਨਹੀਂ ਉਸਰਦੇ। ਕਿਸੇ ਦੀਆਂ ਗੱਲਾਂ ਤੋਂ ਅਸੀਂ ਉਸ ਦੀ ਨੀਅਤ ਨਹੀਂ ਜਾਣ ਸਕਦੇ, ਕਿਉਂਕਿ ਨੀਅਤ ਗੱਲਾਂ ਦੇ ਮੁਕਾਬਲੇ ਡੂੰਘੀ ਅਤੇ ਜਟਿਲ ਹੁੰਦੀ ਹੈ। ਚਰਿੱਤਰ ਹੋਰ ਵੀ ਡੂੰਘਾ ਹੁੰਦਾ ਹੈ। ਸਾੜਾ ਈਰਖਾ ਸਮਕਾਲੀ ਹੀ ਕਰ ਸਕਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਕਿਸੇ ਦਾ ਸਾੜੇ ਈਰਖਾ ਤੋਂ ਮੁਕਤ ਹੋ ਕੇ ਮੁੱਲ ਪਾਉਂਦੀਆਂ ਹਨ। ਸਮਕਾਲੀ ਕਿਸੇ ਦੀ ਯੋਗਤਾ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ, ਪਰ ਮਗਰਲੀਆਂ ਪੀੜ੍ਹੀਆਂ ਮੁੱਲ ਪਾਉਣ ਵਿੱਚ ਨਿਰਪੱਖ ਹੁੰਦੀਆਂ ਹਨ। ਗੱਲਾਂ ਕਰਦੇ ਅਸੀਂ ਆਪਣੀ ਬੌਧਿਕ ਕਮਾਈ ਦੀ ਨੁਮਾਇਸ਼ ਲਾਉਂਦੇ ਹਾਂ। ਸਫਲ ਪੁਰਸ਼ਾਂ ਲਈ ਇਸਤਰੀਆਂ ਦੇ ਸੰਪਰਕ ਵਿੱਚ ਆਉਣਾ ਸੌਖਾ ਹੁੰਦਾ ਹੈ। ਇਸਤਰੀਆਂ ਆਪ ਹੀ ਸਫਲ ਵਿਅਕਤੀਆਂ ਵਿੱਚ ਵਧੇਰੇ ਦਿਲਚਸਪੀ ਲੈਂਦੀਆਂ ਹਨ ਅਤੇ ਰਿਸ਼ਤਾ ਉਸਾਰਨ ਦਾ ਯਤਨ ਕਰਦੀਆਂ ਹਨ। ਸ਼ਰਾਬੀ ਅਤੇ ਪਾਗਲ ਵਾਂਗ ਮੂਰਖ ਵੀ ਨਾ ਠੀਕ ਢੰਗ ਨਾਲ ਬੈਠਦਾ ਹੈ, ਨਾ ਵੇਖਦਾ ਹੈ, ਨਾ ਬੋਲਦਾ ਹੈ, ਨਾ ਉੱਠਦਾ ਖਲੋਂਦਾ ਹੈ ਅਤੇ ਨਾ ਚੁੱਪ ਰਹਿੰਦਾ ਹੈ। ਜੇ ਤੁਸੀਂ ਨਿਗਰਾਨੀ ਤੋਂ ਬਿਨਾਂ ਅਤੇ ਇਕੱਲਿਆਂ ਮਿਹਨਤ ਕਰਨ ਦੀ ਆਦਤ ਪਾਓਗੇ ਤਾਂ ਤੁਸੀਂ ਭੀੜ ਤੋਂ ਉੱਚੇ ਉੱਠ ਜਾਓਗੇ। ਚਿਹਰਾ ਧੋਖਾ ਨਹੀਂ ਦਿੰਦਾ। ਅਸੀਂ ਉਸ ਨੂੰ ਵੇਖਦਿਆਂ ਟਪਲਾ ਖਾ ਜਾਂਦੇ ਹਾਂ ਅਤੇ ਉਹਨਾਂ ਚੀਜ਼ਾਂ ਨੂੰ ਹਾਜ਼ਰ ਮਿਥ ਲੈਂਦੇ ਹਾਂ ਜਿਹੜੀਆਂ ਹੁੰਦੀਆਂ ਹੀ ਨਹੀਂ, ਅਤੇ ਜਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪ੍ਰਸਿੱਧੀ ਨੇ ਦੇਰ ਤੱਕ ਰਹਿਣਾ ਹੁੰਦਾ ਹੈ, ਇਸ ਲਈ ਇਸ ਦੇ ਆਉਣ ਦੀ ਰਫ਼ਤਾਰ ਬੜੀ ਹੌਲੀ ਹੁੰਦੀ ਹੈ। ਇਹ ਸਬੱਬ ਨਾਲ ਅਚਾਨਕ ਨਹੀਂ ਉਸਰਦੀ। ਇਹ ਲੰਮੀ ਮਿਹਨਤ, ਧੀਰਜ ਅਤੇ ਸਬਰ ਦਾ ਫਲ ਹੁੰਦੀ ਹੈ। ਇਹ ਗੁਣਾਂ ਤੋਂ ਬਿਨਾਂ ਨਹੀਂ ਉਪਜਦੀ। ਬਦਨਾਮੀ ਦੇ ਉਸਰਨ ਅਤੇ ਫੈਲਣ ਦਾ ਢੰਗ ਹੋਰ ਹੁੰਦਾ ਹੈ। ਸਧਾਰਨ ਲੋਕ ਵੱਡੇ ਕਾਰਨਾਮਿਆਂ ਦਾ ਵਿਸ਼ਲੇਸ਼ਣ ਨਹੀਂ ਕਰ ਸਕਦੇ। ਉਹ ਹੋਰਾਂ ਦੇ ਪਿਛਲੱਗ ਬਣ ਜਾਂਦੇ ਹਨ। ਹੋਰਾਂ ਨੂੰ ਤਾੜੀਆਂ ਮਾਰਦਿਆਂ ਵੇਖ ਕੇ ਉਹ ਵੀ ਤਾੜੀਆਂ ਮਾਰਨ ਲੱਗ ਪੈਂਦੇ ਹਨ। ਹਰ ਕੋਈ ਪ੍ਰਸਿੱਧ ਹੋਣਾ ਚਾਹੁੰਦਾ ਹੈ। ਹਰੇਕ ਪ੍ਰਸਿੱਧੀ ਦੀ ਉਮਰ ਹੁੰਦੀ ਹੈ। ਕਈ 15 ਮਿੰਟਾਂ ਲਈ ਹੀ ਪ੍ਰਸਿੱਧ ਰਹਿੰਦੇ ਹਨ
ਕਈ ਗਲਤ ਸਾਧਨਾਂ ਨਾਲ ਜਲਦੀ ਪ੍ਰਸਿੱਧ ਹੋ ਕੇ ਲੰਮਾ ਅਰਸਾ ਬਦਨਾਮ ਰਹਿੰਦੇ ਹਨ। ਬੁੱਧੀ ਅਤੇ ਸਿਆਣਪ ਦੇ ਵਿਕਸਿਤ ਹੋਣ ਨਾਲ ਸਾਡਾ ਬੈਠਣਾ, ਉੱਠਣਾ, ਖਲੋਣਾ, ਵੇਖਣਾ ਸਭ ਪ੍ਰਭਾਵਿਤ ਹੁੰਦੇ ਹਨ। ਸੋ ਸਿਆਣਪ ਦੀ ਛਾਪ ਅਤੇ ਮੂਰਖਤਾ ਦੀ ਮੋਹਰ ਸਾਡੇ ਹਰੇਕ ਸ਼ਬਦ, ਹਰ ਕਾਰਜ ਅਤੇ ਹਰੇਕ ਹਰਕਤ 'ਤੇ ਲੱਗਦੀ ਹੈ। ਹਰੇਕ ਧਰਮ ਸਹਿ ਹੋਂਦ, ਸਦਭਾਵਨਾ ਅਤੇ ਨਿਮਰਤਾ ਸਿਖਾਉਂਦਾ ਹੈ, ਪਰ ਜਿਤਨਾ ਹਰੇਕ ਧਰਮ ਵਿਚਲੇ ਵਿਅਕਤੀਆਂ ਆਪਸ ਵਿੱਚ ਲੜਦੇ ਹਨ, ਉਤਨਾ ਬਾਹਰਲਿਆਂ ਨੂੰ ਉਹਨਾਂ ਨਾਲ ਲੜਨਾ ਹੀ ਨਹੀਂ ਆਉਂਦਾ। ਪੁਰਾਣੇ ਜ਼ਮਾਨੇ ਵਿੱਚ ਜਿਸ ਮੁਜਰਿਮ ਕੋਲ ਕੁਝ ਨਹੀਂ ਸੀ ਹੁੰਦਾ, ਉਸਨੂੰ ਜੁਰਮਾਨਾ ਨਹੀਂ ਸੀ ਲਾਇਆ ਜਾ ਸਕਦਾ। ਉਸ ਕੋਲ ਜ਼ਬਤ ਕਰਨ ਜੋ ਕੁਝ ਹੁੰਦਾ ਹੀ ਨਹੀਂ ਸੀ। ਉਸਨੂੰ ਜੇਲ੍ਹ ਵਿੱਚ ਨਹੀਂ ਸੀ ਪਾਇਆ ਜਾਂਦਾ, ਜੇਲ੍ਹ ਹੁੰਦੀ ਹੀ ਨਹੀਂ ਸੀ। ਉਸਨੂੰ ਦੇਸ਼ ਨਿਕਾਲਾ ਦੇਣ ਨਾਲ ਮਾਲਕ ਦੇ ਕੰਮ ਦਾ ਨੁਕਸਾਨ ਹੁੰਦਾ ਸੀ, ਸੋ ਉਸਨੂੰ ਕੁਟਾਪਾ ਚਾੜ੍ਹਿਆ ਜਾਂਦਾ ਸੀ। ਪਤਾ ਹੀ ਨਹੀਂ ਲੱਗਦਾ ਸਹੁਰੇ ਕਦੋਂ ਸਹੁਰੀ ਦੇ ਬਣ ਜਾਂਦੇ ਹਨ। ਪ੍ਰਸਿੱਧੀ ਪ੍ਰਾਪਤ ਕਰਨ ਦਾ ਯਤਨ ਕੀਤਾ ਜਾਂਦਾ ਹੈ, ਸਤਿਕਾਰ ਗੁਆਚਣ ਤੋਂ ਬਚਾਉਣ ਦਾ ਯਤਨ ਕੀਤਾ ਜਾਂਦਾ ਹੈ। ਪ੍ਰਸਿੱਧੀ ਦੇ ਗੁਆਚਣ ਨਾਲ ਅਸੀਂ ਸਧਾਰਨ ਹੋ ਨਿਬੜਦੇ ਹਾਂ, ਸਤਿਕਾਰ ਦੇ ਮੁੱਕਣ ਨਾਲ ਅਸੀਂ ਸ਼ਰਮਸਾਰ ਹੁੰਦੇ ਹਾਂ। ਜੇ ਤੋਹਮਤਾਂ ਲਾਉਣ ਵਾਲੇ ਬਦਨਾਮ ਹੋਣ ਤਾਂ ਉਹਨਾਂ ਦੀਆਂ ਤੋਹਮਤਾਂ ਦਾ ਕੋਈ ਅਸਰ ਨਹੀਂ ਹੁੰਦਾ। ਫਿਰ ਵੀ ਅਜਿਹਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪੁਰਸ਼ ਉੱਪਰ ਵੱਲ ਹੁਲਾਰਾ ਖਾਂਦੀ ਪੀਂਘ ਨੂੰ ਵੇਖ ਕੇ ਰੱਸੀ ਟੁੱਟਣ ਬਾਰੇ ਸੋਚਦਾ ਹੈ। ਇਸਤਰੀ ਉੱਚੇ ਤੋਂ ਉੱਚਾ ਹੁਲਾਰਾ ਲੈਣ ਬਾਰੇ ਸੋਚਦੀ ਹੈ। ਪੀਂਘ ਪੁਰਸ਼ਾਂ ਲਈ ਨਹੀਂ ਹੁੰਦੀ, ਜਿਨ੍ਹਾਂ ਨੇ ਪੁਰਸ਼ਾਂ ਨੂੰ ਹੁਲਾਰਾ ਦੇਣਾ ਹੁੰਦਾ ਹੈ ਉਹਨਾਂ ਲਈ ਹੁੰਦੀ ਹੈ। ਵਿਟਾਮਿਨਾਂ ਦਾ ਪਤਾ ਕੁਝ ਅਰਸਾ ਪਹਿਲਾਂ ਹੀ ਲੱਗਾ ਸੀ, ਪਰ ਇਹਨਾਂ ਨੇ ਖੁਰਾਕ ਸੰਬੰਧੀ ਸੰਸਾਰ ਦਾ ਸਮੁੱਚਾ ਦ੍ਰਿਸ਼ਟੀਕੋਣ ਬਦਲ ਦਿੱਤਾ ਹੈ। ਗਿਆਨ ਅਥਾਹ ਹੈ, ਨਿਰੰਤਰ ਫੈਲ ਰਿਹਾ ਹੈ। ਹਰ ਕੋਈ ਉਸ ਵਿੱਚੋਂ ਥੋੜ੍ਹਾ ਜਿਹਾ ਹਿੱਸਾ ਲੈ ਕੇ ਆਪਣਾ ਕੰਮ ਸਾਰ ਰਿਹਾ ਹੈ। ਲੇਖਕ, ਅਧਿਆਪਕ, ਫਿਲਾਸਫਰ, ਵਿਗਿਆਨੀ ਆਦਿ ਗਿਆਨ ਵਿੱਚ ਕੁਝ ਨਿਰੰਤਰ ਜੋੜਦੇ ਵੀ ਰਹਿੰਦੇ ਹਨ। ਜਦੋਂ ਕਲਪਨਾ ਜਾਗੀ ਹੋਵੇ ਤਾਂ ਅੱਖਾਂ ਨਾਲ ਵੇਖਣ ਦੀ ਲੋੜ ਨਹੀਂ ਪੈਂਦੀ। ਦਿਮਾਗ ਤੋਂ ਵਧੇਰੇ ਕੰਮ ਲੈਣ ਲਈ ਅਤੇ ਆਪ ਵਧੇਰੇ ਕੰਮ ਕਰਨ ਲਈ ਹਰੇਕ ਕੰਮ ਲਈ ਸਮਾਂ ਸੀਮਾ ਬੰਨ੍ਹੋ। ਵਿਚਾਰ ਦੌੜਨਗੇ, ਦਿਮਾਗ ਸਭ ਤੋਂ ਉੱਚੇ ਗੇਅਰ ਵਿੱਚ ਹੋਵੇਗਾ, ਕੰਮ ਕਰਨ ਦੀ ਸਮਰੱਥਾ ਵੱਧ ਜਾਵੇਗੀ। ਜਦੋਂ ਹੰਕਾਰ ਵੱਧ ਜਾਵੇਗਾ, ਕੁਝ ਵਾਪਰੇਗਾ ਜਿਸ ਨਾਲ ਸਥਿਤੀ ਮੁੱਧੀ ਪੈ ਜਾਵੇਗੀ। ਕਿਸਮਤ ਸਾਡੀ ਹੀ ਨਹੀਂ ਹੁੰਦੀ, ਹੋਰਾਂ ਦੀ ਵੀ ਹੁੰਦੀ ਹੈ। ਲਾਇਕ ਕੇਵਲ ਅਸੀਂ ਹੀ ਨਹੀਂ ਹੁੰਦੇ, ਹੋਰ ਵੀ ਹੁੰਦੇ ਹਨ ਅਤੇ ਸਾਡੇ ਨਾਲੋਂ ਵਧੇਰੇ ਹੁੰਦੇ ਹਨ। ਪਾਗਲਾਂ ਦੀ ਮੌਖਿਕ ਭਾਸ਼ਾ ਨਹੀਂ, ਸਰੀਰਕ ਭਾਸ਼ਾ ਮਹੱਤਵਪੂਰਨ ਹੁੰਦੀ ਹੈ। ਸੰਸਾਰ ਸਿਖਰਲੀ ਪੱਧਰ ਦੇ ਮਾਹਿਰਾਂ ਨੂੰ ਮਨਮਰਜ਼ੀ ਕਰਨ ਦਿੰਦਾ ਹੈ। ਸੜਕਾਂ 'ਤੇ ਹਾਦਸਿਆਂ ਦੇ ਵਾਪਰਨ ਦਾ ਕਾਰਨ ਪੁਲਾਂ ਦੇ ਗਲਤ ਡਿਜ਼ਾਈਨ, ਸੜਕਾਂ 'ਤੇ ਨੁਕਸਾਨਦਾਰ ਮੋੜ ਅਤੇ ਚਾਲਕ ਦੀ ਸਿਖਲਾਈ ਦੀ ਘਾਟ ਹੁੰਦਾ ਹੈ। ਤਿੱਖੇ ਮੋੜ ਵਾਲੇ ਪੁਲ ਹਾਦਸੇ ਹੋ ਨਿਬੜਦੇ ਹਨ। ਚੰਡੀਗੜ੍ਹ ਦਾ ਨਿਰਮਾਤਾ ਫਰਾਂਸ ਦਾ ਪ੍ਰਸਿੱਧ ਨਿਰਮਾਣਕਾਰ ਕਾਰਬੂਜੀਅਰ ਸੀ, ਜਿਸ ਨੇ ਚੰਡੀਗੜ੍ਹ ਵੀ ਉਸਾਰਿਆ ਅਤੇ ਸੰਯੁਕਤ ਰਾਸ਼ਟਰ ਸੰਘ ਦੀ ਨਿਊਯਾਰਕ ਦੀ ਇਮਾਰਤ ਵੀ ਉਸਾਰੀ ਸੀ। ਉਸਨੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਲਗਭਗ 50 ਪ੍ਰਸਿੱਧ ਅਤੇ ਮਾਣ ਕਰਨਯੋਗ ਸ਼ਹਿਰ ਅਤੇ ਇਮਾਰਤਾਂ ਬੁਣਤੀਆਂ ਸਨ। ਉਹ ਆਪਣੀ ਨਿੱਜੀ ਸ਼ੈਲੀ ਕਾਰਨ ਪ੍ਰਸਿੱਧ ਸੀ। ਉਸਨੇ ਇਮਾਰਤਾਂ ਨਹੀਂ, ਕਲਾ ਭਵਨ ਉਸਾਰੇ ਹਨ। ਆਪਣੇ ਭਰਮਾਂ ਨਾਲ ਲੜਨਾ ਭਰੇ ਹੋਏ ਦਰਿਆ ਦੇ ਵਹਿਣ ਵਿਰੁੱਧ ਜਾਣ ਵਰਗਾ ਮੁਸ਼ਕਿਲ ਕਾਰਜ ਹੁੰਦਾ ਹੈ। ਮੁਸੀਬਤਾਂ ਇਕੱਠੀਆਂ ਹੀ ਨਹੀਂ ਆਉਂਦੀਆਂ, ਇਹ ਸਾਨੂੰ ਪਰੇਸ਼ਾਨ ਕਰਨ ਲਈ ਆਪਸ ਵਿੱਚ ਮੁਕਾਬਲਾ ਵੀ ਕਰਨ ਲੱਗ ਪੈਂਦੀਆਂ ਹਨ। ਕਲਪਨਾ ਸਿੱਧੀ ਰੇਖਾ ਵਿੱਚ ਨਹੀਂ ਚੱਲਦੀ। ਕੋਈ ਮਹੱਤਵਪੂਰਨ ਵਿਕਾਸ ਸੋਚ ਅਤੇ ਅਨੁਭਵ ਸਿੱਧਾ ਨਹੀਂ ਹੁੰਦਾ। ਜੇ ਉਦੇਸ਼ ਸਪਸ਼ਟ ਹੋਵੇ ਤਾਂ ਅਸੀਂ ਸੰਸ਼ਯ ਵਿੱਚ ਨਹੀਂ ਗੁਆਚਦੇ। ਸਾਡੀ ਸੋਚ ਸੱਜਰੀ ਅਤੇ ਮੌਲਿਕ ਰਹਿੰਦੀ ਹੈ ਅਤੇ ਸਾਡੇ ਇਰਾਦੇ ਉੱਚੇ ਰਹਿੰਦੇ ਹਨ। ਮਨੁੱਖ ਜਿਉਂ-ਜਿਉਂ ਸੋਚਦਾ ਗਿਆਨ ਹੈ, ਉਸ ਦੀ ਉਮਰ ਲੰਮੀ ਹੁੰਦੀ ਗਈ ਹੈ। ਮਨੁੱਖ ਦੀ ਪ੍ਰਕਿਰਤਿਕ ਉਮਰ 45 ਸਾਲ ਹੈ। ਮਨੁੱਖ ਨੇ ਸੋਚਾਂ, ਇਲਾਜਾਂ, ਵਿਉਂਤਾਂ ਅਤੇ ਜੁਗਤਾਂ ਨਾਲ ਇਸ ਨੂੰ ਲੰਮੀ ਕਰ ਲਿਆ ਹੈ। ਪਾਣੀ, ਹਵਾ, ਖੁਰਾਕ ਦੀ ਸਫਾਈ ਨਾਲ ਇਹ ਹੋਰ ਲੰਮੀ ਹੋ ਸਕਦੀ ਹੈ। ਕਲਾਤਮਕਤਾ ਜੇ ਸ਼ਰਾਬ ਜਾਂ ਨਸ਼ਿਆਂ ਨਾਲ ਆਉਂਦੀ ਹੁੰਦੀ ਤਾਂ ਹਰ ਸ਼ਰਾਬੀ ਮਹਾਨ ਹੋਣਾ ਸੀ, ਹਰੇਕ ਟਰੱਕ ਡਰਾਈਵਰ ਗਾਲਿਬ ਹੋਣਾ ਸੀ, ਹਰੇਕ ਪੁਲਸੀਆ ਕਲਾਕਾਰ ਹੋਣਾ ਸੀ, ਹਰੇਕ ਠੇਕਾ ਕਲਾ ਦਾ ਕੇਂਦਰ ਹੋਣਾ ਸੀ।
ਜੇ ਤੁਹਾਨੂੰ ਆਪਣੇ ਕੰਮ ਵਿੱਚੋਂ ਤਸੱਲੀ ਨਹੀਂ ਮਿਲਦੀ ਤਾਂ ਤੁਸੀਂ ਮਾਹਿਰ ਨਹੀਂ ਬਣ ਸਕਦੇ। ਤੁਸੀਂ ਨੌਕਰੀ ਭਾਵੇਂ ਕਰਦੇ ਹੋਵੋ, ਤੁਸੀਂ ਕੰਮ ਨਹੀਂ ਕਰਦੇ ਹੋਵੋਗੇ। ਸਭ ਤੋਂ ਵੱਡਾ ਵਖਰੇਵਾਂ ਸਾਡੇ ਅੰਦਰਲੇ ਅਤੇ ਬਾਹਰਲੇ ਸੰਸਾਰ ਵਿਚਕਾਰ, ਕਲਪਨਾ ਅਤੇ ਯਥਾਰਥ ਵਿਚਕਾਰ, ਸਾਡੀ ਆਸ ਅਤੇ ਪ੍ਰਾਪਤੀ ਵਿਚਕਾਰ ਹੁੰਦਾ ਹੈ। ਮਾਹਿਰਾਂ ਦੀ ਸੋਚ ਦੀਆਂ ਕੜੀਆਂ ਅਨੇਕਾਂ ਖੇਤਰਾਂ ਨਾਲ ਜੁੜੀਆਂ ਹੁੰਦੀਆਂ ਹਨ। ਇਹਨਾਂ ਕੜੀਆਂ ਦਾ ਜੋੜਨਾ, ਨਿਖੇੜਨਾ ਉਹਨਾਂ ਨੂੰ ਮਾਹਿਰ ਬਣਾਉਂਦਾ ਹੈ। ਅਕਲ ਸੂਝ ਸੋਚਣ ਨਾਲ ਅਤੇ ਨਿਪੁੰਨਤਾ ਕੁਝ ਕਰਦੇ ਰਹਿਣ ਨਾਲ ਵਿਕਸਿਤ ਹੁੰਦੀ ਹੈ। ਜਿਸ ਵਿੱਚ ਦੋਵੇਂ ਲੱਛਣ ਹੋਣ ਉਹ ਵਿਗਿਆਨੀ ਹੋ ਨਿਬੜਦਾ ਹੈ। ਜਿਮ ਜਾਣ ਵਾਲੇ ਵਿਕਾਸ ਅਤੇ ਚੰਗੇ ਸਾਥ ਦੇ ਅਭਿਲਾਸ਼ੀ ਹੁੰਦੇ ਹਨ। ਮਨੁੱਖਾਂ ਦੇ ਆਪਸੀ ਸੰਬੰਧ ਬੜੇ ਜ਼ਰੂਰੀ ਹੁੰਦੇ ਹਨ। ਟੈਲੀਵਿਜ਼ਨ ਅਤੇ ਕੰਪਿਊਟਰਾਂ ਨੇ ਮਨੁੱਖ ਨੂੰ ਮਨੁੱਖਾਂ ਤੋਂ ਵਿਜੋਗ ਦਿੱਤਾ ਹੈ, ਜਿਸ ਕਾਰਨ ਜੀਵਨ ਵਿੱਚ ਢਹਿੰਦੀ ਕਲਾ, ਦਬਾਅ, ਤਣਾਅ, ਬਲਾਤਕਾਰ, ਹਿੰਸਾ ਅਤੇ ਆਤਮਘਾਤ ਵੱਧ ਰਹੇ ਹਨ। ਪਹਿਲਾਂ ਮਨੁੱਖ ਨੂੰ ਹੋਰ ਜੀਵਾਂ ਤੋਂ ਖਤਰਾ ਸੀ, ਹੁਣ ਜੀਵਾਂ ਨੂੰ ਮਨੁੱਖ ਤੋਂ ਖਤਰਾ ਹੈ। ਹਦਾਇਤਾਂ ਦਾ ਲਾਭ ਹੁੰਦਾ ਹੈ। ਇਹਨਾਂ ਨੂੰ ਮੰਨਣ ਨਾਲ ਸਮੇਂ, ਪੈਸੇ ਅਤੇ ਸ਼ਕਤੀ ਦੀ ਹੀ ਬਚਤ ਨਹੀਂ ਹੁੰਦੀ, ਕਾਰਗੁਜ਼ਾਰੀ ਵੀ ਸੁਧਰਦੀ ਹੈ। ਸੰਕਟ ਵਿੱਚੋਂ ਨਿਕਲ ਆਉਣ ਦਾ ਅਰਥ ਇਹ ਨਹੀਂ ਕਿ ਉਹ ਮੁੱਕ ਗਿਆ ਹੈ, ਸਗੋਂ ਇਹ ਹੈ ਕਿ ਹੁਣ ਸਾਡੀ ਸਮਰੱਥਾ ਵੱਧ ਗਈ ਹੈ ਅਤੇ ਹੁਣ ਸੰਕਟ ਸਾਡੀ ਸੋਚ ਨੂੰ ਪਰੇਸ਼ਾਨ ਅਤੇ ਪ੍ਰਭਾਵਿਤ ਨਹੀਂ ਕਰਦਾ। ਕਿਸੇ ਇਸਤਰੀ ਦੀ ਵਫ਼ਾਦਾਰੀ ਉਦੋਂ ਪਰਖੀ ਜਾਂਦੀ ਹੈ ਜਦੋਂ ਪਤੀ ਕੋਲ ਕੁਝ ਨਹੀਂ ਹੁੰਦਾ। ਕਿਸੇ ਪਤੀ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਉਸ ਕੋਲ ਸਭ ਕੁਝ ਹੁੰਦਾ ਹੈ। ਪ੍ਰਭਾਵਿਤ ਕਰਨ ਦੇ ਕਿਤਨੇ ਹੀ ਯਤਨ ਕਰੋ, ਲੋਕ ਤੁਹਾਡੇ ਬਾਰੇ ਫੈਸਲਾ ਆਪਣੀ ਮਰਜ਼ੀ ਨਾਲ ਕਰਨਗੇ। ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਥਾਂ ਆਪਣੀ ਕਾਰਗੁਜ਼ਾਰੀ ਨੂੰ ਸੁਧਾਰਨਾ ਚੰਗੇਰੇ ਸਿੱਟੇ ਸਿਰਜਦਾ ਹੈ। ਤੁਸੀਂ ਬੜਾ ਸਖਤ ਅਤੇ ਔਖਾ ਜੀਵਨ ਗੁਜ਼ਾਰਿਆ ਹੈ। ਮੈਨੂੰ ਕਿਸੇ ਹੋਰ ਜੀਵਨ ਦੀ ਸੋਝੀ ਹੀ ਨਹੀਂ ਸੀ। ਵਿਆਹੇ ਜੀਵਨ ਵਿੱਚ ਖੁਸ਼ੀ ਨਾਲੋਂ ਵੀ ਸਥਿਰਤਾ ਵਧੇਰੇ ਜ਼ਰੂਰੀ ਪੱਖ ਹੁੰਦਾ ਹੈ। ਸਥਿਰਤਾ ਪ੍ਰਸੰਨਤਾ ਸਿਰਜਦੀ ਹੈ। ਨਿਸ਼ਾਨਾ ਸਪਸ਼ਟ ਹੋ ਜਾਵੇ ਤਾਂ ਸਾਰੇ ਰਸਤੇ ਉੱਧਰ ਜਾਂਦੇ ਪ੍ਰਤੀਤ ਹੋਣਗੇ। ਨੀਵੇਂ ਲਮਕਦੇ ਫਲ ਤੋੜੇ ਨਹੀਂ ਜਾਂਦੇ, ਲੁੱਟੇ ਜਾਂਦੇ ਹਨ। ਤੁਸੀਂ ਹਮੇਸ਼ਾ ਔਖਾ ਰਸਤਾ ਹੀ ਕਿਉਂ ਚੁਣਿਆ ਹੈ? ਕੀ ਕੋਈ ਦੂਜਾ ਰਸਤਾ ਵੀ ਹੁੰਦਾ ਹੈ? ਘੋੜੇ ਦੀ ਸਵਾਰੀ ਕਰਨ ਵਾਲੇ ਵਧੇਰੇ ਹੌਸਲੇ ਵਾਲੇ ਹੁੰਦੇ ਹਨ। ਵਧੇਰੇ ਹੌਸਲੇ ਕਾਰਨ ਇਹ ਵਪਾਰ, ਰਾਜਨੀਤੀ ਆਦਿ ਜਿਸ ਖੇਤਰ ਵਿੱਚ ਵੀ ਵਿਚਰਦੇ ਹਨ, ਦਲੇਰੀ ਭਰੇ ਫੈਸਲਿਆਂ ਕਾਰਨ ਇਹ ਵਧੇਰੇ ਸਫਲ ਹੁੰਦੇ ਹਨ। ਪਰਮਾਤਮਾ ਦਾ ਚਿਹਰਾ ਕੋਈ ਨਹੀਂ, ਘੁੰਡ ਹੀ ਘੁੰਡ ਹਨ। ਅਨਪੜ੍ਹ ਪਰਿਵਾਰਾਂ ਵਿੱਚ ਬੱਚਿਆਂ ਦੇ ਕੋਈ ਅਧਿਕਾਰ ਨਹੀਂ ਹੁੰਦੇ। ਪੜ੍ਹੇ ਲਿਖੇ ਪਰਿਵਾਰਾਂ ਵਿੱਚ ਸਭ ਤੋਂ ਵਧੇਰੇ ਅਧਿਕਾਰ ਬੱਚਿਆਂ ਦੇ ਹੁੰਦੇ ਹਨ। ਆਧੁਨਿਕਤਾ ਦਿਸਦੀ ਹੈ, ਪਰ ਨਿੱਤਾ ਪ੍ਰਤੀ ਦੇ ਜੀਵਨ ਵਿੱਚ ਪਰੰਪਰਾ ਲਾਗੂ ਹੁੰਦੀ ਹੈ। ਟੈਕਨੋਲੋਜੀ ਕੁਝ ਨਵਾਂ ਦਿੰਦੀ ਹੈ ਤਾਂ ਬਹੁਤ ਕੁਝ ਪੁਰਾਣਾ ਖੋਹ ਵੀ ਲੈਂਦੀ ਹੈ। ਜਿੱਥੇ ਰੀਤੀ ਰਿਵਾਜਾਂ ਅਤੇ ਤਿਉਹਾਰਾਂ ਆਦਿ ਦਾ ਮਹੱਤਵ ਘਟਦਾ ਹੈ, ਉੱਥੇ ਆਪਸੀ ਰਿਸ਼ਤਿਆਂ ਵਿਚਲੀਆਂ ਸਮੱਸਿਆਵਾਂ ਵੱਧਦੀਆਂ ਹਨ। ਅਜਿਹੇ ਸਮਾਜਾਂ ਵਿੱਚ ਤਲਾਕ ਅਤੇ ਆਤਮਘਾਤ ਦੋਵੇਂ ਵੱਧਦੇ ਹਨ। ਹਰ ਗੱਲ ਨਵਾਂ ਕਥਨ ਵੀ ਹੁੰਦੀ ਹੈ ਅਤੇ ਪਹਿਲਾਂ ਬੋਲੇ ਗਏ ਕਿਸੇ ਦੇ ਕਥਨ ਦਾ ਪ੍ਰਤੀਕਰਮ ਵੀ ਹੁੰਦੀ ਹੈ। ਇਸ ਵਿਧੀ ਨਾਲ ਗੱਲਬਾਤ ਚੱਲਦੀ ਹੈ। ਹੁਣ ਕੋਈ ਵੀ ਸਮਾਂ ਅਜਿਹਾ ਨਹੀਂ ਹੁੰਦਾ ਜਦੋਂ ਮਨੁੱਖ ਕੰਮ ਨਹੀਂ ਕਰ ਰਿਹਾ ਹੁੰਦਾ। ਹੁਣ ਆਰਾਮ ਵੀ ਕੰਮ ਬਣ ਗਿਆ ਹੈ। ਸੋਹਣੀਆਂ ਕੁੜੀਆਂ ਸੋਹਣੀ ਕਵਿਤਾ ਨਹੀਂ ਲਿਖਦੀਆਂ, ਉਹਨਾਂ ਦੀ ਕਵਿਤਾ ਦੀ ਉਹਨਾਂ ਦੀ ਹਰ ਚੀਜ਼ ਵਾਂਗ ਪੁਰਸ਼ ਪ੍ਰਸ਼ੰਸਾ ਵਧੇਰੇ ਕਰਦੇ ਹਨ। ਚੰਗਾ ਕੰਮ ਕਰਨ ਵਾਲਿਆਂ ਕੋਲ ਕੰਮ ਨਿਰੰਤਰ ਆਈ ਜਾਂਦਾ ਹੈ। ਸਾਂਝੀਆਂ ਵਿਦਿਅਕ ਸੰਸਥਾਵਾਂ ਵਿੱਚ ਮੁੰਡਿਆਂ ਦੇ ਜੰਗਲੀਪੁਣੇ ਨੂੰ ਕੁੜੀਆਂ ਦਾ ਸਲੀਕਾ ਨਿਯੰਤਰਣ ਵਿੱਚ ਰੱਖਦਾ ਹੈ ਅਤੇ ਕੁੜੀਆਂ ਦੀ ਚੀਂ-ਚੀਂ ਨੂੰ ਮੁੰਡਿਆਂ ਦੀ ਹਾਜ਼ਰੀ ਕਾਬੂ ਵਿੱਚ ਰੱਖਦੀ ਹੈ। ਮੁੰਡੇ ਕੁੜੀਆਂ ਨੂੰ ਸੋਹਣੀ ਸੋਹਣੀ ਆਖ ਕੇ ਝੰਬਲਾ ਦਿੰਦੇ ਹਨ। ਜਦੋਂ ਕਿਸੇ ਦੀ ਪ੍ਰੇਮਿਕਾ ਕਿਸੇ ਹੋਰ ਨੂੰ ਚਾਹੁਣ ਲੱਗ ਪਏ ਤਾਂ ਪ੍ਰੇਮੀ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਸ ਵਿੱਚ ਕੀ ਘਾਟ ਹੈ। ਹੌਲੀ ਹੌਲੀ ਉਸ ਨੂੰ ਆਪਣੇ ਵਿੱਚ ਕੋਈ ਗੁਣ ਲੱਭਦਾ ਹੀ ਨਹੀਂ। ਪ੍ਰੇਮਿਕਾ ਨਾਲ ਵੀ ਇਵੇਂ ਹੀ ਵਾਪਰਦਾ ਹੈ। ਘਰੇਲੂ ਝਗੜੇ ਬਾਹਰ ਨਹੀਂ ਡੋਲਣੇ ਚਾਹੀਦੇ।
ਕੰਮ ਨੂੰ ਮੁਲਤਵੀ ਕਰਕੇ ਬਚਾਇਆ ਸਮਾਂ ਕਿਸੇ ਕੰਮ ਨਹੀਂ ਆਉਂਦਾ। ਜਿਹੜਾ ਕੇਵਲ ਆਪਣੇ ਲੰਘਣ ਲਈ ਮਾਲ ਰੋਡ ਬਣਾਏਗਾ, ਉਸ ਦੀ ਮਾਲ ਰੋਡ ਲੰਮੀ ਨਹੀਂ ਹੋਵੇਗੀ। ਜ਼ਿੰਦਗੀ ਹਰ ਕਿਸੇ ਤੇ ਕੁਝ ਅਜਿਹੀਆਂ ਰੋਕਾਂ ਲਾਉਂਦੀ ਹੈ ਜਿਨ੍ਹਾਂ ਨੂੰ ਨਾ ਹੀ ਮਿਹਨਤ ਨਾਲ ਅਤੇ ਨਾ ਹੀ ਕਿਸੇ ਹੋਰ ਢੰਗ ਨਾਲ ਉਲੰਘਿਆ ਜਾ ਸਕਦਾ ਹੈ। ਪਰ ਇਹਨਾਂ ਹੱਦਾਂ ਅੰਦਰ ਵੀ ਅਥਾਹ ਸੰਭਾਵਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਯੋਗਤਾ ਅਤੇ ਅਭਿਆਸ ਨਾਲ ਚਮਕਾਇਆ ਲਿਸ਼ਕਾਇਆ ਜਾ ਸਕਦਾ ਹੈ। ਅਸੀਂ ਆਮ ਕਰਕੇ ਆਪਣੀ ਸਫਲਤਾ ਇਸ ਪੈਮਾਨੇ ਨਾਲ ਮਾਪਦੇ ਹਾਂ ਕਿ ਅਸੀਂ ਕੀ ਸਾਂ ਅਤੇ ਕੀ ਬਣੇ ਹਾਂ, ਪਰ ਸਫਲਤਾ ਮਾਪਣ ਦਾ ਸਹੀ ਪੈਮਾਨਾ ਇਹ ਹੈ ਕਿ ਅਸੀਂ ਕੀ ਬਣੇ ਹਾਂ ਅਤੇ ਕੀ ਬਣ ਸਕਦੇ ਸਾਂ। ਦੋ ਚੀਜ਼ਾਂ ਜਿਹੜੀਆਂ ਸਫਲ ਵਿਅਕਤੀਆਂ ਨੂੰ ਅਸਫਲ ਤੋਂ ਨਿਖੇੜਦੀਆਂ ਹਨ ਉਹ ਹਨ ਕੁਝ ਨਵਾਂ ਕਰਨ ਜਾਣਨ ਦੀ ਉਤਸੁਕਤਾ ਅਤੇ ਆਪਣੀ ਵਰਤਮਾਨ ਸਥਿਤੀ ਨੂੰ ਸੁਧਾਰਨ ਦੀ ਅਭਿਲਾਸ਼ਾ। ਸਫਲ ਵਿਅਕਤੀਆਂ ਵਿੱਚ ਇਹ ਦੋਵੇਂ ਹੁੰਦੀਆਂ ਹਨ, ਅਸਫਲ ਇਹਨਾਂ ਦੋਹਾਂ ਤੋਂ ਵਿਰਵੇ ਹੁੰਦੇ ਹਨ। ਜਦੋਂ ਕਿਸੇ ਨੇ ਜੋ ਕਰਨਾ ਸੀ ਕਰ ਲਿਆ ਹੋਵੇ, ਜੋ ਕਹਿਣਾ ਸੀ ਕਹਿ ਲਿਆ ਹੋਵੇ, ਤਾਂ ਲੇਖਾ ਜੋਖਾ ਕਰਕੇ ਵੇਖਣ ਤੋਂ ਪਤਾ ਲੱਗੇਗਾ ਕਿ ਉਸਨੇ ਕਿਹਾ ਵਧੇਰੇ ਹੋਵੇਗਾ ਅਤੇ ਕੀਤਾ ਘੱਟ ਹੋਵੇਗਾ। ਪ੍ਰਭਾਵਸ਼ਾਲੀ ਗੱਲਬਾਤ ਨਿਮਰਤਾ ਤੋਂ ਬਿਨਾਂ ਸੰਭਵ ਨਹੀਂ ਹੁੰਦੀ। ਕੁੜੀਆਂ ਨੂੰ ਆਪਣੇ ਜਵਾਨ ਹੋਣ ਦਾ ਪਤਾ ਮੁੰਡਿਆਂ ਤੋਂ ਲੱਗਦਾ ਹੈ। ਅਜੋਕੇ ਮੁੰਡਿਆਂ ਕੁੜੀਆਂ ਨੂੰ ਹੁਣ ਕੁਮਾਰਿਆਂ ਹੀ ਉਹ ਅਵਸਰ ਮਿਲ ਰਹੇ ਹਨ ਜਿਹੜੇ ਉਹਨਾਂ ਦੇ ਮਾਪਿਆਂ ਨੂੰ ਹਨੀਮੂਨ ਦੌਰਾਨ ਵੀ ਨਹੀਂ ਮਿਲਦੇ ਸਨ। ਝਗੜਾ ਇਹ ਨਹੀਂ ਹੁੰਦਾ ਕਿ ਠੀਕ ਕੀ ਹੈ, ਇਸ ਬਾਰੇ ਹੁੰਦਾ ਹੈ ਕਿ ਗਲਤ ਕੌਣ ਹੈ। ਅਜੋਕੀ ਦੁਨੀਆ ਸ਼ਰੀਫਾਂ, ਸਿੱਧਿਆਂ, ਸਾਊਆਂ, ਅਨਪੜ੍ਹਾਂ, ਇਮਾਨਦਾਰਾਂ ਆਦਿ ਨੂੰ ਬੜੀ ਜ਼ਾਲਮ ਹੋ ਕੇ ਟੱਕਰਦੀ ਹੈ। ਨੁਕਸ ਕੱਢਣ ਵਿੱਚ ਕਿਸੇ ਯੋਗਤਾ, ਸਿਖਲਾਈ, ਤਿਆਰੀ ਆਦਿ ਦੀ ਲੋੜ ਨਹੀਂ ਪੈਂਦੀ, ਪਰ ਅਜਿਹਾ ਕਰਨ ਨਾਲ ਲਾਭ ਕੋਈ ਨਹੀਂ ਹੁੰਦਾ। ਜਿਤਨਾ ਖਰਚ ਅੱਜ ਕੱਲ੍ਹ ਪੋਤੇ ਪੋਤੀਆਂ ਦੇ ਖਿਡੌਣਿਆਂ 'ਤੇ ਹੁੰਦਾ ਹੈ, ਉਤਨਾ ਉਹਨਾਂ ਦੇ ਦਾਦੇ ਦਾਦੀਆਂ ਦੇ ਵਿਆਹ 'ਤੇ ਨਹੀਂ ਹੋਇਆ ਹੁੰਦਾ। ਪੱਕੇ ਇਰਾਦੇ ਵਾਲਾ ਵਿਅਕਤੀ ਟੁੱਟੇ ਪਲਾਸ ਨਾਲ ਹੀ ਇਤਨਾ ਕੁਝ ਕਰ ਵਿਖਾਉਂਦਾ ਹੈ ਜਿਤਨਾ ਕੋਈ ਸੁਸਤ ਮਾਹਿਰ ਪੂਰੇ ਟੂਲ ਬਾਕਸ ਨਾਲ ਵੀ ਨਹੀਂ ਕਰ ਸਕਦਾ। ਸਿੱਖਿਆ ਸਾਨੂੰ ਸਾਰਿਆਂ ਨੂੰ ਆਗੂ ਤਾਂ ਨਹੀਂ ਬਣਾ ਸਕਦੀ, ਪਰ ਇਤਨਾ ਜ਼ਰੂਰ ਦੱਸ ਸਕਦੀ ਹੈ ਕਿ ਕਿਸ ਨੂੰ ਆਪਣਾ ਆਗੂ ਬਣਾਉਣਾ ਹੈ। ਕਿਸੇ ਨੂੰ ਸਹਿਯੋਗ ਦੇਣ ਤੋਂ ਪਹਿਲਾਂ ਸਹਿਯੋਗ ਦੇਣ ਵਾਲੇ ਨੂੰ ਇਕੱਲਿਆਂ ਕੰਮ ਕਰਨ ਦੀ ਮੁਹਾਰਤ ਹੋਣੀ ਚਾਹੀਦੀ ਹੈ। ਉਹ ਤਾਂ ਹੀ ਜਾਣ ਸਕੇਗਾ ਕਿ ਕਿਤਨਾ ਅਤੇ ਕਿੱਥੇ, ਕਿਸ ਨੂੰ ਕਿਵੇਂ, ਕਦੋਂ ਅਤੇ ਕਦੋਂ ਤੱਕ ਸਹਿਯੋਗ ਦੇਣਾ ਹੈ। ਲੰਮਾ ਭਾਸ਼ਣ ਦੇਣ ਵਾਲਾ ਬੁਲਾਰਾ ਆਪਣੇ ਭਾਸ਼ਣ ਦੌਰਾਨ ਬੈਠ ਜਾਣ ਦੇ ਅਨੇਕਾਂ ਅਵਸਰ ਗੁਆ ਕੇ ਹੀ ਥੱਲੇ ਉਤਰਦਾ ਹੈ। ਚਰਚ ਬਾਰੇ ਪ੍ਰਸਿੱਧ ਹੈ ਕਿ ਚਰਚ ਉਹਨਾਂ ਲੋਕਾਂ ਦਾ ਪਤਾ ਲਾ ਕੇ ਮਦਦ ਦਿੰਦਾ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ, ਪਰ ਉਹ ਮਦਦ ਮੰਗਦੇ ਨਹੀਂ। ਜਦੋਂ ਕਿਸੇ ਨੂੰ ਕਿਸੇ ਖੇਤਰ ਵਿੱਚ ਸਿਖਰ 'ਤੇ ਪਹੁੰਚਣ ਵਿੱਚ ਮਦਦ ਕਰੋਗੇ, ਤੁਸੀਂ ਆਪ ਵੀ ਸਿਖਰ ਨੇੜੇ ਪਹੁੰਚੇ ਹੋਏ ਹੋਵੋਗੇ। ਕਿਸੇ ਨੂੰ ਵੱਡਾ ਅਹੁਦਾ ਮਿਲ ਜਾਣ ਨਾਲ ਤਿੰਨ ਗੱਲਾਂ ਵਾਪਰ ਸਕਦੀਆਂ ਹਨ: ਵਿਕਾਸ ਕਰੇਗਾ, ਯੋਗਤਾ ਪੱਖੋਂ ਹੋਰ ਫੈਲੇਗਾ, ਨਿਗਰੇਗਾ। ਸਿੱਖਿਆ ਸਾਡੀ ਆਜ਼ਾਦੀ ਅਤੇ ਖੁਸ਼ਹਾਲੀ ਦੀ ਰਾਖੀ ਕਰਦੀ ਹੈ। ਓਲੰਪਿਕ ਖੇਡਾਂ ਵਿੱਚ ਦੇਸ਼, ਨਸਲ, ਧਰਮ, ਭਾਸ਼ਾ ਆਦਿ ਦਾ ਕੋਈ ਵਖਰੇਵਾਂ ਨਹੀਂ ਹੁੰਦਾ। ਇੱਕ ਹੀ ਵਖਰੇਵਾਂ ਹੁੰਦਾ ਹੈ, ਪੁਰਸ਼ਾਂ ਅਤੇ ਮਹਿਲਾਵਾਂ ਦਾ। ਕਿਸੇ ਵਿਦਿਆਰਥੀ ਨਾਲ ਜੇ ਕੋਈ ਚੰਗੀ ਗੱਲ ਵਾਪਰ ਸਕਦੀ ਹੈ ਤਾਂ ਇੱਕ ਚੰਗੇ ਅਧਿਆਪਕ ਦਾ ਮਿਲਣਾ ਹੀ ਹੋ ਸਕਦੀ ਹੈ। ਸਫਲ ਹੋਣ ਲਈ ਰਾਤਾਂ ਜਾਗਣ ਦੀ ਲੋੜ ਨਹੀਂ, ਦਿਨ ਦੌਰਾਨ ਪੂਰੇ ਜਾਗਦੇ ਹੋਣਾ ਹੀ ਕਾਫੀ ਹੁੰਦਾ ਹੈ। ਵਧੇਰੇ ਚੌਕਸੀ ਨਾਲ ਵਧੇਰੇ ਮੌਕੇ ਗੁਆਚਦੇ ਹਨ। ਲਾਪਰਵਾਹੀ ਨਾਲ ਗਲਤੀਆਂ ਹੀ ਹੁੰਦੀਆਂ ਹਨ। ਨਾ ਚੌਕਸੀ ਦੀ ਲੋੜ ਹੈ, ਨਾ ਲਾਪਰਵਾਹ ਹੋਣਾ ਚਾਹੀਦਾ ਹੈ। ਲੋੜ ਸੁਚੇਤ ਅਤੇ ਸੁਭਾਵਕ ਹੋਣ ਦੀ ਹੈ। ਸੰਸਾਰ ਵਿੱਚ ਪ੍ਰਸਿੱਧ ਕਾਰਜ ਜਾਂ ਯੁੱਧ ਕਰਨ ਵਾਲੇ ਹੋਏ ਹਨ, ਪਰ ਸਨਮਾਨ ਸੋਚਣ ਵਾਲਿਆਂ ਦਾ ਵਧੇਰੇ ਹੋਇਆ ਹੈ। ਚੰਗਾ ਕੋਚ ਖਿਡਾਰੀਆਂ ਨੂੰ ਖੇਡਣ ਦੇ ਨਾਲ ਨਾਲ ਡਿੱਗਣਾ ਅਤੇ ਡਿੱਗ ਕੇ ਉੱਠਣਾ ਵੀ ਸਿਖਾਉਂਦਾ ਹੈ। ਉਹ ਸੱਟਾਂ ਖਾਣੀਆਂ ਅਤੇ ਹਾਰਾਂ ਸਹਿਣੀਆਂ ਵੀ ਸਿਖਾਉਂਦਾ ਹੈ। ਅਧਿਆਪਕਾਂ ਨੂੰ ਡੰਡਾ ਨਹੀਂ, ਮਨੋਵਿਗਿਆਨ ਵਰਤਣਾ ਚਾਹੀਦਾ ਹੈ।
ਨਲਾਇਕਾਂ ਨੂੰ ਨਲਾਇਕ ਕਹਿ ਕੇ ਨਾ ਭੰਡੋ। ਆਪਣੀ ਲਿਆਕਤ ਦਾ ਸਬੂਤ ਦਿਓ। ਆਪਣੀ ਮਦਦ ਨਾਲ ਉਹਨਾਂ ਨੂੰ ਲਾਇਕ ਬਣਾਓ। ਵਿਚਾਰ ਦੇ ਪਿੱਛੇ ਜੇ ਕਾਰਜ ਦੀ ਤਾਕਤ ਨਾ ਹੋਵੇ ਤਾਂ ਉਹ ਲਾਭਕਾਰੀ ਨਹੀਂ ਹੁੰਦਾ। ਫੈਸਲੇ ਦੇ ਪਿੱਛੇ ਜੇ ਉਸਨੂੰ ਲਾਗੂ ਕਰਨ ਦੀ ਅਨੁਸ਼ਾਸਨ ਜਾਂ ਕਾਨੂੰਨ ਦੀ ਸ਼ਕਤੀ ਨਾ ਹੋਵੇ ਤਾਂ ਉਹ ਫੈਸਲਾ ਹਾਸੋਹੀਣਾ ਹੁੰਦਾ ਹੈ। ਅਧਿਆਪਕ ਉਹ ਦੀਵੇ ਬਾਲਦੇ ਹਨ ਜਿਨ੍ਹਾਂ ਨਾਲ ਅਸੀਂ ਹਨੇਰੇ ਪਾਰ ਕਰਦੇ ਹਾਂ। ਹੁਣ ਸਮਝ ਵਿੱਚ ਵੀ ਮਿਲਾਵਟ ਹੋ ਗਈ ਹੈ। ਜੇ ਕਿਸੇ ਨੂੰ ਸਮਝਾਓਗੇ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ, ਉਹ ਯਾਦ ਨਾ ਕਰਨ ਵਾਲਾ ਕੰਮ ਰੱਖੇਗਾ ਅਤੇ ਕਰਨ ਵਾਲਾ ਕੰਮ ਭੁੱਲ ਜਾਵੇਗਾ। ਸਮਝਾਉਣ ਵੇਲੇ ਵੀ ਉਹ ਨਾ ਕਰਨ ਵਾਲੇ ਕੰਮ ਵਿੱਚ ਵਧੇਰੇ ਦਿਲਚਸਪੀ ਲਏਗਾ। ਸੋਚਾਂ, ਵਿਚਾਰਾਂ ਅਤੇ ਸਿਧਾਂਤਾਂ ਨਾਲ ਸਾਡੀਆਂ ਆਸਾਂ ਉੱਚੀਆਂ ਹੋ ਜਾਂਦੀਆਂ ਹਨ, ਪਰ ਆਮਦਨ ਕੰਮ ਨਾਲ ਵੱਧਦੀ ਹੈ। ਉਂਝ ਜੀਭ ਅਤੇ ਦਿਮਾਗ ਕੁਝ ਹੀ ਇੰਚਾਂ ਦੀ ਦੂਰੀ 'ਤੇ ਹੁੰਦੇ ਹਨ, ਪਰ ਕਈਆਂ ਨੂੰ ਸੁਣ ਕੇ ਲੱਗਦਾ ਹੈ ਕਿ ਦੂਰੀ ਸੈਂਕੜੇ ਮੀਲਾਂ ਦੀ ਹੈ। ਜੇ ਤੁਸੀਂ ਬੱਚਿਆਂ ਨੂੰ ਸਮਝ ਨਹੀਂ ਸਕਦੇ ਤਾਂ ਉਹਨਾਂ ਨੂੰ ਗਲਤ ਨਾ ਸਮਝੋ। ਵਿਤਕਰੇ ਅਤੇ ਪੱਖਪਾਤ ਬਹਿਸ ਨਾਲ ਜਾਂ ਤਰਕ ਨਾਲ ਦੂਰ ਨਹੀਂ ਹੁੰਦੇ, ਕਿਉਂਕਿ ਇਹ ਤਰਕ 'ਤੇ ਉਸਰੇ ਨਹੀਂ ਹੁੰਦੇ। ਬਹੁਤੇ ਬੁੱਢੇ ਪਹਿਲਾਂ ਹੋ ਜਾਂਦੇ ਹਨ, ਸਿਆਣੇ ਮਗਰੋਂ ਹੁੰਦੇ ਹਨ। ਕਈ ਬੁੱਢੇ ਹੀ ਹੁੰਦੇ ਹਨ, ਸਿਆਣੇ ਹੋਣਾ ਭੁੱਲ ਜਾਂਦੇ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।